ध्यान किछ कर्म न जा सार न जाना तेरी सब ते वड्डा सतगुर नानक जिन कल राखी मेरी वाहे गुरु वाहे गुरु। 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 ਜਦੋਂ तक किरपा नहीं हुंदी उदों तक जीव नाम दे नाल नहीं जुड़दा। सो महाराज बख्शिश करते हैं अपने उत्ते भाई नाम दे नाल किरपा बिना जुड़िया नहीं जाता ते वाहिगुरू की किरपा प्राप्त करो गुरबाणी दे राही वाहिगुरू वाहिगुरू करके। सतगुरु महाराज ने 8 अष्टपदियां तक किरपा की है, ब्रह्म ज्ञान की अवस्था तक लेके गए ने। हुण वक्खो वक्खरे धर्मां दे विच कि कौन जीव जिहड़ा है अपरस है, वैष्णु है, केड़ा जीव पंडित है, भगवती है। सो इस प्रकार बचन महाराज आपां नूं बख्शिश करनगे। 9वीं अष्टपदी विच 9वां श्लोक है। श्लोक और धारै जो अंतर नाम सर्ब मैं पेखै भगवान निमख निमख ठाकुर नमस्कारै नानक ओ अपरस सगल निस्तारै। सो सतगुरु महाराज फरमाउंदे ने श्लोक 9वां 274 अंग ते और हिरदे दे विच धारै वसा लवे जो अंतर नाम। ਜਿਹੜਾ ਬੰਦਾ ਹਿਰਦੇ ਦੇ ਅੰਦਰ ਨਾਮ ਨੂੰ ਵਸਾ ਲੈਂਦਾ ਹੈ ਅਭਿਆਸ ਕਰ ਕਰਕੇ ਮਿਹਨਤ ਕਰ ਕਰਕੇ ਕਈ ਗੱਲਾਂ ਆਪਣੇ ਅੰਦਰ ਸੋਤੇ ਸਿੱਧੀ ਵਸ ਜਾਂਦੀਆਂ ਨੇ, ਬਹੁਤ ਸੌਖੀਆਂ ਹੀ ਆਮ ਜੀਆਂ ਗੱਲਾਂ ਹਿਰਦੇ 'ਚ ਵਸਾਉਣ ਲਈ ਜ਼ੋਰ ਨਹੀਂ ਲਾਉਣਾ ਪੈਂਦਾ। ਬੱਚਿਆਂ ਨੂੰ ਵੀ ਪੜ੍ਹਾਈ ਕਰਦਿਆਂ ਹੋਰ ਬਹੁਤ ਗੱਲਾਂ ਯਾਦ ਹੁੰਦੀਆਂ ਉਹਨਾਂ ਨੂੰ, पर पढ़ाई लई जोर लाउणा पैंदा। वो मन दे अंदर बहुत औखी वसदी है। इस तरह ही जिहड़ी चीज़ काम दी है वो हिरदे छेती नहीं वसदी। पुठियां गल्लां बहुत छेती वस जांदियां क्योंकि मन माया में फद रहे हो बिसरिओ गोबिंद नाम। ये मन नूं अच्छियां चीज़ां हिरदे च वसाउण दी शुरू तो ही आदत नहीं है। सो महाराज फरमाउंदे ने जिहड़ा हिरदे दे अंदर नाम नूं धारण कर लैंदा वसा लैंदा मेहनत कर करके सर्ब मैं पेखै भगवान सारिਆਂ ਦੇ ਵਿੱਚ ਇੱਕ ਵਾਹਿਗੁਰੂ ਨੂੰ ਹੀ ਦੇਖਦਾ ਹੈ। ਇਹ ਉਹੀ ਬਚਨ ਹੈ ਕਿ ਮਨ ਸਾਚਾ ਮੁਖ ਸਾਚਾ ਸੋਏ ਆਵਰ ਨਾ ਪੇਖੈ ਕਿਸ ਬਿਨ ਕੋਏ। ਉਹੀ ਚੀਜ਼ ਇੱਥੇ ਹੈ ਕਿ ਉਰ ਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ निमख निमख ठाकुर नमस्कार। खिन खिन मात्र हर वक्त खिन खिन काल दे विच नमस्तुं अकाले नमस्तुं कृपाले नमस्तं अरूपे नमस्तं अनूपे नमस्तं अपेखे नमस्तं अलेखे नमस्तं अकाय नमस्तं अजाय। ये खिन खिन काल नमस्कार होगी। महाराज अकाल पुरख नूं खिन खिन काल जिहड़ा नमस्कारां करदा है मत्थे टेकी जांदा है। नानक ओह अपरस सगल निस्तारै
ਉਹ अपरस, ਉਹ ਮਾਇਆ ਤੋਂ ਰਹਿਤ ਵਿਅਕਤੀ अपरस ਜਿਹੜਾ ਨਿਰਲੇਪ ਰਹਿਣ ਵਾਲੇ ਹੁੰਦੇ ਨੇ। ਵੈਸੇ ਤਾਂ अपरस ਉਹਨੂੰ ਕਹਿੰਦੇ ਨੇ, ਇਹ ਇੱਕ ਧਰਮ ਹੈ ਕਿ ਕਿਸੇ ਨੂੰ ਨੇੜੇ ਨਾ ਲੱਗਣ ਦੇਣਾ, ਕੱਪੜਿਆਂ ਨਾਲ ਵੀ ਕੱਪੜੇ ਨਾ ਲੱਗ ਜਾਣ, ਕਿਤੇ ਕੋਈ ਮੇਰੀ ਰੋਟੀ ਵੱਲ ਨਾ ਦੇਖ ਲੈ, ਪਿੱਟੀ ਜਾਏਗੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਇਹ अपरस। ਪਰ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ अपरस ਕਹਿੰਦੇ ਨੇ ਮਾਇਆ ਤੋਂ ਨਿਰਲੇਪ ਨੂੰ। ਨਾਨਕ ਉਹ अपरस ਸਗਲ ਨਿਸਤਾਰ ਹੈ। ਉਹ ਜਿਹੜਾ ਜੀਵ ਮਾਇਆ ਤੋਂ ਰਹਿਤ ਹੋ ਗਿਆ, ਅਸਲ ਵਿੱਚ अपरस ਤਾਂ ਉਹਨੂੰ ਕਹਿੰਦੇ ਨੇ। ਪਰ ਲੋਕ ਕਹਿੰਦੇ ਨੇ ਮੇਰੀ ਰੋਟੀ ਵੱਲ ਕਿਉਂ ਦੇਖ ਲਿਆ ਨੇ, ਮੇਰੀ ਰੋਟੀ ਖਰਾਬ ਹੋ ਗਈ, ਕੱਪੜੇ ਨਾਲ ਲੱਗ ਗਿਆ, ਮੇਰੇ ਕੱਪੜੇ ਖਰਾਬ ਹੋ ਗਏ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਨਹੀਂ, अपरस ਬਣੋ, ਮਾਇਆ ਤੋਂ ਨਿਰਲੇਪ ਬਣੋ, ਫਿਰ ਤੁਸੀਂ ਖੁਦ ਵੀ ਤਰ ਜਾਓਗੇ, ਦੂਜਿਆਂ ਨੂੰ ਵੀ ਤਾਰ ਲਾਓਗੇ। ਅਸ਼ਟਪਦੀ 8 ਪੌੜੀਆਂ ਅੱਗੇ ਇਸੇ ਸ਼ਲੋਕ ਦੇ ਵਿਚਾਰ ਹਨ ਕਿ ਜਿਹੜੇ अपरस ਲੋਕ ਨੇ, ਮਾਇਆ ਤੋਂ ਨਿਰਲੇਪ ਨੇ, ਉਹਨਾਂ ਦੇ ਅਸੂਲ ਗੁਣ ਦੱਸਦੇ ਨੇ ਕਿ ਧਾਰਨ ਐਸੇ ਕਰੋ ਤੁਸੀਂ ਵੀ। ਮਿਥਿਆ ਨਾਹੀ ਰਸਨਾ परस। ਮਿਥਿਆ ਹੈ ਜੋ ਝੂਠ ਬੋਲਣਾ ਹੈ, ਮਿਥਿਆ ਚੀਜ਼ਾਂ ਦੀਆਂ ਗੱਲਾਂ ਕਰਨੀਆਂ ਨੇ। ਰਸਨਾ ਦੇ ਨਾਲ ਇਹਨੂੰ ਸਪਰਸ਼ ਨਾ ਕਰੇ ਝੂਠ ਨੂੰ। ਰਸਨਾ ਸੱਚੀ ਸੁੱਚੀ ਰਹੇ ਜਿਸ ਦੀ। ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ ਦੇ ਅੰਦਰ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਦੇ ਦਰਸ਼ਨਾਂ ਦੀ ਪ੍ਰੀਤੀ ਚਾਹੁੰਦਾ ਹੋਵੇ ਹਰ ਵਕਤ ਕਿ ਮੈਨੂੰ ਦਰਸ਼ਨ ਹੋ ਜਾਣ। ਨੰਨੇ ਸਿਹਾਰੀ, ਰਾਰਾ ਜੱਜਾ ਨੰਨਾ, ਰਾਰੇ ਉੱਤੇ ਟਿੱਪੀ ਇੱਕ ਰੰਜਨ ਹੈ। ਨੰਨੇ ਸਿਹਾਰੀ ਨੇ, ਕਿਉਂਕਿ ਇਹ ਪਾਠ ਦੀ ਗਲਤੀ ਇਉਂ ਹੁੰਦੀ ਆ, ਨੰਨੇ ਦੀ ਸਿਹਾਰੀ ਚੁੱਕ ਕੇ ਰਾਰੇ ਨੂੰ ਲਾ ਦਿੰਦੇ ਆਪਾਂ। ਬਹੁਤੇ ਜਾਣੇ ਪਾਠ ਨੂੰ ਨਰਿੰਜਨ ਇਉਂ ਬੋਲਦੇ, ਨਿਰੰਜਨ। ਤਾਂ ਫਿਰ ਇਹ ਦੱਸਣਾ ਪੈਂਦਾ ਵੀ ਨਿਰੰਜਨ ਦੀ ਜਗ੍ਹਾ ਤੇ ਨਿਰੰਜਨ ਕਰੋ। ਨਿਰਅੰਜਨ, ਅੰਜਨ ਹੁੰਦਾ ਸੁਰਮਾ, ਸੁਰਮਾ ਹੁੰਦਾ ਕਾਲਾ, ਕਾਲੀ ਹੁੰਦੀ ਹੈ ਮਾਇਆ, ਮਾਇਆ ਕਾਲਖ ਤੋਂ ਰਹਿਤ। ਨਿਰੰਜਨ ਦਰਸ। ਸੋ ਜਿਹਨੂੰ ਨਿਰੰਜਨ ਪਰਮਾਤਮਾ ਦੇ ਦਰਸ਼ਨਾਂ ਦੀ ਇੱਕ ਪ੍ਰੀਤ ਲੱਗੀ ਹੋਈ ਹੈ ਅਤੇ ਜ਼ੁਬਾਨ ਦੇ ਉੱਤੇ ਕਦੇ ਝੂਠੇ ਪਦਾਰਥਾਂ ਦਾ ਨਾਮ ਹੋਰ ਕਿਸੇ ਦੀ ਉਸਤਤ ਨਹੀਂ ਲਿਆਉਂਦਾ, ਜਿਹਦੀ ਜ਼ੁਬਾਨ 24 ਘੰਟੇ ਹੀ ਸਿਰਫ ਨਾਮ ਨੂੰ ਹੀ ਸਪਰਸ਼ ਕਰਦੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹਦੀ ਜ਼ੁਬਾਨ ਨਾਮ ਨੂੰ ਹੀ ਸਪਰਸ਼ ਕਰਦੇ, ਦੂਜਾ ਸਪਰਸ਼ ਕਰਦੇ ਹੀ ਨਹੀਂ ਉਹ, ਕਿਉਂਕਿ ਸੰਸਾਰ ਹੈ। ਸੰਸਾਰ ਅੰਦਰ ਜੀਵ ਝੂਠ ਬੋਲ ਕੇ ਆਪਣੇ ਆਪ ਨੂੰ ਬਹੁਤ ਉੱਪਰ ਲੈ ਕੇ ਜਾਂਦਾ, ਪਰ ਉਹ ਆਪਣੇ ਨਾਲ ਖੁਦ ਹੀ ਧੋਖਾ ਕਰ ਰਿਹਾ। ਤੂੰ ਉੱਪਰ ਨਹੀਂ ਗਿਆ। ਜੇ ਤੂੰ ਸਮਝਦਾ ਮੈਂ ਉੱਪਰ ਚਲਿਆ ਗਿਆ ਤਾਂ ਸਾਰੀ ਦੁਨੀਆ ਇਸ ਤਰ੍ਹਾਂ ਹੀ ਉੱਪਰ ਚਲੀ ਜਾਂਦੀ। ਤੂੰ ਬਹੁਤ ਥੱਲੇ ਚਲਿਆ ਗਿਆ। ਸੋ ਮਹਾਰਾਜ ਜੀ ਕਹਿੰਦੇ ਨੇ ਸਪਰਸ਼ ਨਾ ਕਰੋ ਝੂਠ ਨੂੰ ਜ਼ੁਬਾਨ ਦੇ ਨਾਲ, ਨਾਮ ਨੂੰ ਹੀ ਸਪਰਸ਼ ਕਰੀ ਜਾਓ, ਝੂਠ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਵਾਹਿਗੁਰੂ 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 ਵਾਹਿਗੁਰੂ, ਗੱਲ ਹੀ ਖਤਮ ਹੋ ਗਈ। ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ 'ਚ ਦਿੱਲੀ ਕੋਈ ਬਜ਼ੁਰਗ ਬਹੁਤ ਦੇਰ ਦੇ ਸੇਵਾ ਕਰਦੇ ਨੇ, ਕਾਫੀ ਬਿਰਧ ਹੋਏ ਮਹਾਂਪੁਰਸ਼, ਜਿਹੜੇ ਕਾਫੀ ਅਵਸਥਾ 'ਚ ਪਹੁੰਚ ਜਾਂਦੇ ਹੋ, ਫਿਰ ਇਹੋ ਜਿਹਾ ਕੰਮ ਸ਼ੁਰੂ ਕਰਦੇ, ਟੋਕਰੀਆਂ ਬਣਾਉਣੀਆਂ ਜਾਂ ਪਰੇ ਜੇ ਬੈਠੇ ਰਹਿਣਾ, ਕਿਸੇ ਨੂੰ ਮਿਲਣਾ ਨਾ ਜ਼ਿਆਦਾ। ਉਹਨਾਂ ਬਜ਼ੁਰਗਾਂ ਨੂੰ ਜੇ ਕੋਈ ਪੁੱਛੇ ਬਾਬਾ ਜੀ ਤੁਹਾਡਾ ਨਾਮ ਕੀ ਹੈ, ਕਹਿੰਦੇ ਵਾਹਿਗੁਰੂ। ਫਿਰ ਠਹਿਰ ਕੇ ਬੰਦਾ ਪੁੱਛਦਾ ਤੁਹਾਡਾ ਪਿੰਡ ਕਿਹੜਾ ਬਾਬਾ ਜੀ, ਕਹਿੰਦੇ ਵਾਹਿਗੁਰੂ। ਉਹ ਜਿਹੜਾ ਵੀ ਪ੍ਰਸ਼ਨ ਕਰੇ ਉਹ ਆਖੇ ਵਾਹਿਗੁਰੂ। ਉਹ ਬੰਦਾ ਵੀ ਵਿਚਾਰਾ ਹੌਲੀ ਹੌਲੀ ਫਿਰ ਆਪ ਵੀ ਵਾਹਿਗੁਰੂ ਵਾਹਿਗੁਰੂ ਹੀ ਕਰਨ ਲੱਗ ਪਿਆ। ਹੌਲੀ ਹੌਲੀ
कि हरेक गल का जवाब ही वाहिगुरू है। सो इस तरह महाराज कहने जे संसार की कोई गल करांगे कोई जबरदस्ती फिर भी कोई ना कोई झूठ गल कही जानी अपने को। सो जिवें कोई महात्मा कहते झूठ तो हरेक बोल ही लैंदा चाहे कितना ही सच्चा होवे। टाइम पुछ लो किसी नूं कितना टाइम होया कहने 12 बज गए। मिनट रहिंदे होणगे 2 ਜਾਂ 1 ਜਾਂ 3 मिनट रहिंदे हो आपां वैसे ही कहने 12 बज गए। खैड़ा छड़ाउण दे मारे कहने 12 बज गए नहीं 11 बज के 57 मिनट भी कह सकते हैं। कहने भाई झूठ तो संसार के अंदर रह के बोले ही जाता बंदा बोल ही पैंदा। पर फिर भी सच्चे पातशाह कहने कोशिश करो महाराज नूं ही बेनती करो महाराज कोई इहो जिही चांस बना के रखो भी झूठ बोलण का मौका ही ना मिले तो नाम का ही मौका मिले। नाम जपी जाइए ये किरपा कर दो साडे ते। सतगुरु महाराज फरमाउंदे ने अपरस कौन है माया तो निर्लेप कौन है। पार त्रिय रूप न पेखै नेत्र पराई इस्त्री का रूप अपनी अखां नाल ना देखे। देखी जाना आम लोगों का यह काम है। ਜਿਹੜੇ संगत ਵਿੱਚ ਆਉਣ ਲੱਗ ਜਾਂਦੇ ਨੇ ਉਹਨਾਂ ਨੂੰ ਹੌਲੀ ਹੌਲੀ ਸੋਝੀ ਆ ਜਾਂਦੀ ਹੈ। ਆਮ ਜੀਵ ਜਿਹੜੇ ਨੇ ਉਹ ਐਂ ਨੇ ਬਸ ਹਮੇਸ਼ਾ ਜ਼ਿਆਦਾ ਧਿਆਨ ਪੁੱਠੇ ਪਾਸੇ ਹੁੰਦਾ ਉਹਨਾਂ ਦਾ। ਪਾਰ ਤ੍ਰਿਆ ਤੱਤੇ ਸਿਹਾਰੀ ਪੈਰ ਚਰਾਰਾ ਐੜਾ ਤ੍ਰਿਆ ਨਹੀਂ ਕਹਿਣਾ ਹੈ ਪਰ ਤ੍ਰਿਆ ਰੂਪ ਨਾ ਵੇਖੈ ਨੇਤਰ ਅੱਖਾਂ ਦੇ ਨਾਲ ਵੱਧ ਤੋਂ ਵੱਧ ਕੋਸ਼ਿਸ਼ ਕਰੇ। साध की टहल संत संग हेत साधु की टहल भावना सेवा करनी संतां नाल प्यार करना ये अपरस दे लक्षण हैं। हरेक प्रकार दे नाल साध संगत की टहल गुरमुखां प्यारियां की सेवा करनी। करन ना सुनै काहू की निंदा जे कोई निंदक आके लागे बैठ भी जाता निंदा करनी शुरू करता है ਕੱਟ ਦਿਓ ਉਹਦੀ ਗੱਲ ਨੂੰ ਵਿੱਚੋਂ ਹੀ ਵੀ ਨਾ ਬਈ ਮੈਂ ਤੂੰ ਕਿਸੇ ਹੋਰ ਕੋਲ ਜਾਏ ਗੱਲ ਕਰ ਲੈ ਮੇਰੇ ਕੋਲ ਗੱਲ ਨਾ ਕਰ। ਜਦ ਆਪਾਂ ਨੂੰ ਦਿਖਦਾ ਵੀ ਇਹ ਤਾਂ ਡਿੱਗ ਰਿਹਾ ਟੋਏ 'ਚ ਤਾਂ ਨਾਲ ਆਪਾਂ ਨੂੰ ਵੀ ਸਿੱਟੂਗਾ ਕਾਹਨੂੰ ਸੁਣਨੀ ਫਿਰ ਨਿੰਦਾ। ਜਾਂ ਉਹਨੂੰ ਪੁੱਛੋ ਤੂੰ ਦੇਖੀ ਇਹ ਗੱਲ ਜਿਹੜੀ ਤੂੰ ਮੇਰੇ ਕੋਲ ਕਰ ਰਿਹਾ ਤੂੰ ਦੇਖਿਆ। ਕਹਿੰਦਾ ਦੇਖਿਆ ਤਾਂ ਨਹੀਂ ਮੈਂ ਸੁਣਿਆ ਕਿਸੇ ਬੰਦੇ ਤੋਂ। ਉਸ ਬੰਦੇ ਨੂੰ ਚੱਲ ਕੇ ਪੁੱਛਦੇ ਤੂੰ ਦੇਖਿਆ ਕਹਿੰਦਾ ਨਾ ਮੈਂ ਵੀ ਸੁਣਿਆ ਹੀ ਹੈ। ਪੜਚੋਲ ਕਰਦਿਆਂ ਜਦੋਂ ਆਪਾਂ ਅਖੀਰਲੇ ਬੰਦੇ ਕੋਲ ਪਹੁੰਚਾਂਗੇ ਉਹ ਵੀ ਕਹੂਗਾ ਮੈਂ ਵੈਸੇ ਅੰਦਾਜ਼ਾ ਜਿਹਾ ਹੀ ਲਾਇਆ ਸੀ ਵੀ ਸ਼ਾਇਦ ਇਹ ਬੰਦਾ ਗਲਤੀ ਕਰਦਾ ਹੁਣ। ਸੱਚਾਈ ਉਹਦੇ 'ਚ ਕੋਈ ਨਹੀਂ ਨਿਕਲਦੀ ਹੈ। ਇਸ ਕਰਕੇ ਸੰਸਾਰ ਨੂੰ ਨਿੰਦਾ ਕਰਨ ਦਾ ਬੜਾ ਸ਼ੌਂਕ ਹੈ। ਵਿਹਲੇ ਰਹਿ ਕੇ ਨਿੰਦਾ ਕਰਨੀ ਰੋਟੀਆਂ ਖਾਈ ਜਾਣੀਆਂ ਸੁੱਤੇ ਰਹਿਣਾ। जे कहो पाठ कर लै फिर कह साढ़े को कित्थे जी गृहस्थी आदमी साढ़े को टाइम ही नहीं गा। गल्लां करन इन्हां को बहुत टाइम है। महाराज के निंदा करन नूं बड़ा टाइम है। पुठियां गल्लां करन लई तो सारा संसार विहला ही तुरिया फिरदा। पर रब दे प्यारे जिहड़े अपरस ने वो किसी दी निंदा कन्नां नाल नहीं सुन के राजी। सब ते जानै आपस का मंदा सारियां नालों अपने आप नूं माड़ा जाणदा मैं ही माड़ा हूं सब दुनिया चंगी है। कबीर सब ते हम बुरे हम तज भलो सब कोय जिन ऐसा कर बूझिया मीत हमारा सोए। गुर प्रसाद विखिया पर हरै गुरां दी किरपा नाल विखिया ब्योह रूप माया ब्योह रूप विषय विकार ब्योह रूप नशे गुरु दी किरपा नाल इन्हां नूं त्याग दिंदा। सारियां चीज़ां माड़ियां जिहड़ियां विखिया रूप ने विखिया लै डूबी परिवार विखिया परिवारां नूं डुबो दिंदी है। सो इस करके सतगुरु महाराज कहते गुरु की किरपा नाल माया दा विषयां दा इन्हां दा त्याग करे। मन की वासना मन ते टरै ਉਹਦੇ मन की जिहड़ी वासनावां ने वो मन दे विचों टल जांदियां ने। हौली हौली बाणी पढ़दे जित पंच दोख ते रहत अपनी 10 इंद्रियां नूं जित लैंदा नाम दे आसरे। अपने आप नहीं जित्तियां जांदियां। ये पर सतगुरु अगे ही बेनतियां करनियां पैंदियां महाराज
इन्हां इंद्रियां ते तां तुसीं भी किरपा करो, काबू 'च रहण मेरे, तुसीं मेहर कर दिओ। इंद्री जित पंच दोख जिहड़े ने, काम क्रोध लोभ मोह हंकार तां वखरे ने, ये पंज दोष ने शब्द स्पर्श रस रूप गंध। शब्द गल्लां करनियां विषयां विकारां दीयां, शब्द तो बाद आउंदा स्पर्श करना शरीरां दा, रस लैना विषयां दा जां गंदियां चीज़ां खाण दे, रस सोयना रस रूपा कामण, रस परमल की वास, रस घोड़े रस सेजा मंदर, रस मीठा रस मास, एते रस शरीर के कह घट नाम निवास। शब्द स्पर्श रस रूप देखने, गंध खुशबूआं लैणियां, ये पंज दोष ने। क्योंकि जदों माया बनाई परमेश्वर ने, माया ने तीन गुण बनाए, तां ये पंज जिहड़े ने सूक्ष्म रूप विच शब्द स्पर्श रस रूप गंध बनाए पहलां। इन्हां पंजां तो अगे फिर पंज तत्त बने ने स्थूल, सूक्ष्म रूप विच ये पंज बनाए ने। फिर काम क्रोध लोभ मोह हंकार, ये जिहड़े पंज ने शब्द स्पर्श रस रूप गंध, इंद्री जित पंच दोख ते रहत, पंजां दोषां तो रहत। ये क्योंकि पंज दोषां दा संबंध इंद्रियां नाल है, इस करके इत्थे पंच दोख ये लिखे ने। तां महाराज कहते अपनी इंद्रियां नूं जित लिया। नानक कोट मधे को ऐसा अपरस, करोड़ां दे विच कोई इहो जिहा अपरस जीव है, माया तो निर्लेप है। अपरस पाठ नहीं करना, अपरस माया तो निर्लेप। हुण दूसरे नंबर ते वैष्णो, विष्णु दे भगत जिहड़े ने वैष्णो हन। वैष्णो सो जिस ऊपर सो प्रसन्न। वैष्णो तां महाराज कहंदे असल विच ओह है जिहदे उत्ते वाहिगुरू दी प्रसन्नता हो जावे। वैष्णो असल विच ओह है कि विष्णु की माया ते होए भिन्न। विष्णु कौन? ब्रह्म परमेश्वर। ब्रह्म परमेश्वर की माया तो निर्लेप होना जिहड़ा, इसे नूं कहंदे ने वैष्णो है। ये की वैष्णो होया कि मैं प्याज नहीं खांदा, मैं मूली नहीं खानी, मैं नहीं करना, छोटी छोटियां गल्लां। महाराज कहते ने कि विष्णु परमेश्वर की प्राप्ति ते परमेश्वर की माया तो निर्लेप होना ही विष्णु वैष्णो है। कर्म करत होवै नेक कर्म, कोई भी धार्मिक काम करदा है निष्काम होके करदा, फिर उन्होंने कहिए कि वैष्णो है। जे कर्म करदा है नाल नाल उहदा फल भी मंगदा है, फिर वो कहदा वैष्णो है। महाराज कहते ने कर्म भी करे ते फल की इच्छा भी ना करे, उन्होंने कहते ने वैष्णो। तिस वैष्णो का निर्मल धर्म, वो वैष्णो है तो वह धर्म है मैल तो रहत। काहू फल की इच्छा नहीं बांछै, वो निर्लेप रहे सेवा करदा होया, बाणी पढ़दा होया, किसी भी फल की इच्छा ना करे। फल की इच्छा छड्ड के केवल भगत कीर्तन संग राचा है। वो केवल ते केवल परमेश्वर की भगती करे, वाहिगुरू का कीर्तन करे, इहदे विच रचिया मिचिया रहे। क्योंकि फल मंगण विच नुकसान की है। सेवा करदियां बाणी पढ़दियां जदों फल विच ध्यान हो जाए तां बाणी विचों ध्यान टुट जांदा। इस करके महाराज कहते ने ये गल बहुत बरीकी दी है, समझो बई इच्छा ताइयों नहीं कर देंदे। जे इच्छा विच ही ध्यान रहा ना, भाई गोपाला जी ने निकर्म हो के कर्म किया, जपजी साहब का पाठ बहुत मन नूं टिका के एक एक लगा मात्र देख के प्यार नाल जपजी साहब का पाठ किया है। पर जदों महाराज उठन लगे फिर संकल्प घोड़े का ते काठी का किया है, इत्थे मार खाने। महाराज कहते ने ਜਾਂ ਤਾਂ ਤੂੰ ਮੈਨੂੰ ਇਉਂ ਜਾਣਦਾ ਵੀ महाराज ਨੂੰ कुछ पता ही नहीं है, भी मैं पाठ करदा
ਤੇ ਮਹਾਰਾਜ ਤੋਂ ਮੈਂ ਮੰਗ ਲਵਾਂ। ਮਹਾਰਾਜ ਕਹਿੰਦੇ ਮੈਨੂੰ ਤੇਰੀਆਂ ਸਾਰੀਆਂ ਹੀ ਗੱਲਾਂ ਦਾ ਪਤਾ ਹੈ। ਆ ਤਾਂ ਆਪਾਂ ਆਮ ਦੇਖਦੇ ਹਾਂ ਕਿ ਮਾਂ ਨੂੰ ਬੱਚੇ ਦੀ ਹਰੇਕ ਗੱਲ ਦਾ ਪਤਾ ਹੁੰਦਾ। ਹੁਣ ਇਹ ਸੌਣਾ ਚਾਹੁੰਦਾ, ਇਹਨੂੰ ਹੁਣ ਭੁੱਖ ਲੱਗੀ ਹੋਣੀ ਆ। ਬੰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਬੱਚਾ ਹੁਣ ਚਾਹੁੰਦਾ ਕੀ ਹੈ। ਮਾਂ ਨੂੰ ਫਟ ਪਤਾ ਲੱਗ ਜਾਂਦਾ ਵੀ ਇਹਨੂੰ ਆਹ ਚੀਜ਼ ਦੀ ਲੋੜ ਹੈ, ਡਰਦਾ ਬੋਲਦਾ ਨਹੀਂ। ਉਹੀ ਗੱਲ ਨਿਕਲਦੀ ਵੀ ਹਾਂ ਗੱਲ ਤਾਂ ਠੀਕ ਹੈ। ਅੰਤਰਜਾਮੀ ਸਤਿਗੁਰੂ ਨੂੰ ਨਹੀਂ ਪਤਾ ਤੇਰੇ ਘਰ 'ਚ ਕੀ ਕੀ ਮੁੱਕਿਆ ਹੋਇਆ, ਕੀ ਕਿਹੜੀ ਚੀਜ਼ ਦੀ ਲੋੜ ਹੈ ਤੈਨੂੰ। ਮਹਾਰਾਜ ਕਹਿੰਦੇ ਮੈਨੂੰ ਸਾਰਾ ਹੀ ਪਤਾ। ਇਹ ਫੇਰ ਬਾਣੀ ਨੂੰ ਛੱਡ ਕੇ ਧਿਆਨ ਆਪਣਾ ਲੈ ਜਾਂਦਾ ਫਲ ਦੇ ਵਿੱਚ। ਜਦੋਂ ਧਿਆਨ ਫਲ ਵਿੱਚ ਜਾਂਦਾ ਤਾਂ ਡੁੱਬ ਜਾਂਦਾ। ਇਸ ਕਰਕੇ 100% ਧਿਆਨ ਫਲ ਵਿੱਚੋਂ ਹਟਾ ਕੇ ਕੇਵਲ ਗੁਰਬਾਣੀ ਵਿੱਚ ਧਿਆਨ ਹੋਵੇ ਤਾਂ ਫਲ ਆਪਣੇ ਆਪ ਹੀ ਲੱਗ ਜਾਂਦਾ। ਬਾਰ-ਬਾਰ ਆਪਾਂ ਫਲ ਵਿੱਚ ਧਿਆਨ ਲਿਜਾਂਦੇ ਹਾਂ ਤਾਂ ਬਾਣੀ 'ਚੋਂ ਧਿਆਨ ਟੁੱਟਦਾ। ਸੋ ਇੱਕ ਮਾਈ ਨੇ ਦਹੀਂ ਜਮਾ ਦਿੱਤਾ, ਰਾਤ ਨੂੰ 2 ਘੰਟੇ ਬਾਅਦ ਉੱਠ ਕੇ ਹਿਲਾ ਕੇ ਦੇਖਦੀ ਦਹੀਂ ਬਣ ਗਿਆ। ਕਹਿੰਦੀ ਹਲੇ ਜੰਮਿਆ ਨਹੀਂ ਹੈ। ਫਿਰ 2 ਘੰਟੇ ਬਾਅਦ ਜਾ ਕੇ ਦਹੀਂ ਜੰਮ ਗਿਆ। ਫਿਰ ਹਿਲਾਤਾ ਉਹਨੂੰ। ਉਹ ਸਾਰੀ ਰਾਤ ਦਹੀਂ ਨੂੰ ਹਿਲਾ ਕੇ ਦਹੀਂ ਨੂੰ ਜੰਮਣ ਹੀ ਨਹੀਂ ਦਿੱਤਾ ਉਹਨੇ। ਉਹ ਆਪਾਂ ਇਹੀ ਕਰਦੇ ਹਾਂ, ਇੱਕ ਪਾਠ ਕੀਤਾ ਕੰਮ ਬਣਿਆ ਹੀ ਨਹੀਂ ਹੈ, ਦੂਜਾ ਕੀਤਾ ਫਿਰ ਵੀ ਕੰਮ ਹੀ ਨਹੀਂ ਬਣਿਆ ਮੇਰਾ। ਭਗਤ ਤੁਰੇ ਜਾ ਰਹੇ ਨੇ ਭਗਤ ਕਬੀਰ ਜੀ। ਇਸ ਕਰਕੇ ਸ਼ਕਤੀ ਆਪਣੀ ਦੇਖਣੀ ਚਾਹੀ। ਸੁਤੇ ਸਿੱਧੀ ਜ਼ੁਬਾਨ ਦੇ ਵਿੱਚੋਂ ਬਚਨ ਕਰ ਦਿੱਤਾ, ਮਰ ਜੋ ਚਿੜੀਓ, ਚਿੜੀਆਂ ਮਰ ਗਈਆਂ। ਫਿਰ ਕਹਿੰਦੇ ਜਿਉਂਦੀਆਂ ਹੋ ਜਾਓ, ਜਿਉਂਦੀਆਂ ਹੋ ਗਈਆਂ। ਹੁਣ ਪਰਮੇਸ਼ਰ ਨਾਰਾਜ਼ ਹੋ ਗਏ। ਕਹਿੰਦੇ ਇੰਨੇ ਸਾਲ ਇਸ ਕੰਮ ਨੂੰ ਲਾਇਆ, ਇੰਨੀ ਭਗਤੀ ਕਰਕੇ ਆਹੀ ਕੰਮ ਕਰਨਾ ਸੀ ਤਾਂ ਲੋੜ ਹੀ ਨਹੀਂ ਤੈਨੂੰ। ਫਿਰ ਐਵੇਂ ਮਰ ਜੋ ਚਿੜੀਓ, ਜਿਉਂ ਜੋ ਚਿੜੀਓ ਕਰੀ ਜਾਂਦਾ। ਮਹਾਰਾਜ ਆਪਾਂ ਨੂੰ ਵੀ ਕਹਿੰਦੇ ਨਾ, ਥੋੜੇ ਜਿਹੇ ਪਾਠ ਕਰਕੇ ਤੂੰ ਬਸ ਇੰਨਾ ਹੀ ਸੋਚਦਾ ਹੁੰਦਾ ਵੀ ਮੈਨੂੰ ਪੈਸੇ ਤਾਂ ਆਏ ਨਹੀਂ ਕਿਤੋਂ, ਕੰਮ ਤਾਂ ਮੇਰਾ ਬਣੇ ਹੀ ਨਹੀਂ, ਬੱਚਾ ਸਾਡਾ ਨੌਕਰੀ ਤੇ ਲੱਗਿਆ, ਪਾਠ ਕਰਦੇ ਆ। ਮਹਾਰਾਜ ਕਹਿੰਦੇ ਮੈਂ ਕਿਤੇ ਗੁਰਬਾਣੀ ਇਹੋ ਜਿਹੇ ਕੰਮਾਂ ਤੋਂ ਨਹੀਂ ਰਚੀ ਸੀ ਤੇਰੇ ਵਾਸਤੇ। ਗੁਰਬਾਣੀ ਰਚੀ ਸੀ ਤੇਰਾ ਭਲਾ ਕਰਨ ਲਈ, ਤੇਰੇ ਜੂਨਾਂ ਕੱਟਣ ਵਾਸਤੇ। ਮੈਂ ਤਾਂ ਵੱਡੇ ਵੱਡੇ ਕਾਰਜਾਂ ਲਈ ਗੁਰਬਾਣੀ ਰਚੀ। ਤੂੰ ਆਪਣੇ ਇੱਧਰ ਨੂੰ ਹੀ ਧਿਆਨ ਕਰਦਾ, ਇਹਨਾਂ ਨੂੰ ਫਲਾਂ ਵਿੱਚ ਨੂੰ। ਫਿਰ ਇਸੇ ਕਰਕੇ ਤੇਰਾ ਮਨ ਨਹੀਂ ਟਿਕਦਾ। ਫਲ ਤੋਂ ਮੁਕਤ ਹੋ ਜਾ, ਫਲ ਨਾ ਸੋਚ। ਪੂਰਾ ਧਿਆਨ ਗੁਰਬਾਣੀ ਵਿੱਚ ਇੱਕ ਟੱਕ ਹੋ ਕੇ ਲਾ। ਤਿਸ ਬੈਸਨੋਂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਕੇਵਲ ਭਗਤ ਕੀਰਤਨ ਸੰਗ ਰਾਚੈ, ਤਦਾਕਾਰ ਹੋ ਜਾ। ਆਪਣੇ ਆਪ ਹੀ ਕਿਰਪਾ ਕਰ ਦੇਣਗੇ। ਪੂਰਾ ਧਿਆਨ ਟਿਕਾ ਆਪਣਾ। ਬਚਪਨ ਤੋਂ ਲੈ ਕੇ ਕਿਸੇ ਨੇ ਸਮਝਾਇਆ ਹੀ ਨਹੀਂ ਹੈ ਬਈ ਆਪਾਂ ਨੇ ਨਿਸ਼ਕਾਮ ਹੋ ਕੇ ਪਾਠ ਕਰਨਾ ਹੈ। ਪਾਠ ਕਰੋ, ਪਰ ਮਹਾਰਾਜ ਨੂੰ ਬੇਨਤੀ ਕਰੋ ਬਈ ਬਸ ਮਹਾਰਾਜ ਪਾਠ ਵਟੇ ਪਾਠ ਹੀ ਮੰਗਦਾ। ਮੈਂ ਕੀ ਮੰਗਦਾ? ਮਹਾਰਾਜ ਜਿੰਨੇ ਅੱਜ ਪਾਠ ਹੋ ਗਏ ਜਪਜੀ ਸਾਹਿਬ ਦੇ, ਇਹਦੂ ਦੁੱਗਣੇ ਹੋ ਜਾਣ ਬਸ। ਹੁਣ ਇਹਦੂ ਤਿੱਗਣੇ ਪਾਠ ਕਰਿਆ ਕਰੀਏ, 24 ਘੰਟੇ ਤੇਰਾ ਨਾਮ ਜਪੀਏ। ਇਹ ਨਿਰਛਿਤ ਇੱਛਾ ਹੈ। ਇੱਕ ਇੱਛਾ ਹੁੰਦੀ ਸੰਸਾਰੀ, ਇੱਕ ਨਾਮ ਦੀ ਇੱਛਾ ਹੀ ਮੰਗਣੀ, ਬਾਣੀ ਦੀ ਇੱਛਾ ਮੰਗਣੀ। ਨਿਰਛਿਤ ਹੋ ਗਏ ਆਪਾਂ। ਮਹਾਰਾਜ ਮੈਨੂੰ ਤਾਂ ਬਸ ਕੁਛ ਨਹੀਂ ਚਾਹੀਦਾ, ਸੱਚੇ ਪਾਤਸ਼ਾਹ ਤੇਰੀਆਂ ਖੁਸ਼ੀਆਂ ਚਾਹੀਦੀਆਂ। ਮਹਾਰਾਜ ਤੀਸਰੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਸਜੇ ਹੋਏ ਨੇ। ਕੋਈ ਗੁਰਸਿੱਖ ਆਇਆ, 10 ਬੋਰੀਆਂ ਚੌਲਾਂ ਦੀਆਂ ਲੈ ਕੇ ਆਇਆ। ਉਹ ਤਾਂ ਵੇਚਣ ਲਈ ਕਿਤੇ ਜਾ ਰਿਹਾ ਸੀ, ਚਲੋ ਮੱਥਾ ਟੇਕ ਚੱਲਦੇ ਆ। ਜਦੋਂ ਉਹਨੇ ਲਿਆ ਕੇ ਆਪਣਾ ਗੱਡਾ ਖੜਾਇਆ, ਸੰਗਤਾਂ ਨੇ ਸਮਝਿਆ ਵੀ ਇਹ ਪਤਾ ਨਹੀਂ ਲੰਗਰ ਵਾਸਤੇ ਲਿਆਇਆ। ਸੁਤੇ ਸਿੱਧੀ ਲਿਆ ਤਾਂ ਅੰਦਰ ਲੋੜ ਵੀ ਸੀ, ਉਹ ਬੋਰੀਆਂ ਚੁੱਕ ਕੇ ਅੰਦਰ ਲੈ ਗਏ। ਉਹਨੇ ਵੀ ਸੋਚਿਆ ਵੀ ਸ਼ਾਇਦ ਮੈਥੋਂ ਖਰੀਦਣ ਲੱਗੇ ਨੇ, ਵੀ ਜਿਹੜੇ ਅੰਦਰ ਲੈ ਗਏ। ਉਹ ਆਪਣੇ ਭੁਲੇਖੇ 'ਚ ਰਿਹਾ। ਜਦ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ, ਭਾਈ ਬੱਲੂ ਸੇਵਾਦਾਰ ਨਾਲ ਸੀ। ਮਹਾਰਾਜ ਇਹਨਾਂ ਨੇ ਜੀ ਚੌਲਾਂ ਦੀਆਂ 10 ਬੋਰੀਆਂ ਮਹਾਰਾਜ ਅਰਪਣ ਕੀਤੀਆਂ। ਮਹਾਰਾਜ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ, ਪ੍ਰਸੰਨ ਰਹੋ ਭਾਈ, ਖੁਸ਼ ਰਹੋ ਮਹਾਰਾਜ ਸਿੱਖੀ ਬਖਸ਼ਣ। ਉਹ ਵਿਚਾਰਾ ਡਰਦਾ ਬੋਲਿਆ ਨਾ, ਮੱਥਾ ਟੇਕ ਕੇ ਘਰ ਮੁੜ ਗਿਆ ਵਾਪਸ। ਜਾਂ ਘਰ ਜਾ ਕੇ ਦੇਖਿਆ ਬੜੀ ਰੌਣਕ ਲੱਗੀ, ਘਰ ਵਿੱਚ ਬੜਾ ਆਨੰਦ ਬਣਿਆ ਹੈ। ਇਸਤਰੀ ਬੜੇ ਪਿਆਰ ਨਾਲ ਬੋਲ ਰਹੀ ਹੈ, ਬੱਚੇ ਬਾਣੀ ਪੜ੍ਹ ਰਹੇ ਨੇ। ਘਰ ਦਾ ਮਾਹੌਲ ਹੀ ਐਸਾ ਫਸਟ ਕਲਾਸ ਹੋਇਆ ਪਿਆ ਕਿ ਮਨ ਨੂੰ ਬੜਾ ਸੁੱਖ ਮਿਲਿਆ ਪਿਆ। ਤਾਂ ਚੀਂਕ ਚਿਹਾੜਾ ਕੋਈ ਨਹੀਂ, ਅੱਜ ਤਾਂ ਬੜੀ ਸ਼ਾਂਤੀ ਬਣੀ ਹੋਈ।
ਆਪਣੇ ਆਪ ਨੂੰ ਬੜਾ ਸੁਖੀ ਮਹਿਸੂਸ ਕਰਕੇ ਬੈਠਾ। 2 ਦਿਨ 3 ਦਿਨ ਲੰਘ ਗਏ। ਇਸਤਰੀ ਉਹਦੀ ਕਹਿਣ ਲੱਗੀ, ਉਹ ਜਿਹੜੇ ਚੌਲਾਂ ਦੇ ਪੈਸੇ ਲਿਆਂਦੇ ਨੇ ਉਹ ਦੋ ਤਾਂ ਸੌਦਾ ਪੱਤਾ ਮੁੱਕਿਆ ਹੋਇਆ ਲਿਆ ਆਈਏ। ਪਹਿਲਾਂ ਬੋਲੇ ਹੀ ਨਾ ਵਿਚਾਰਾ, ਕਹਿੰਦਾ ਉਹ ਤਾਂ ਐਂ ਗੱਲ ਬਣੀ ਵੀ ਮੈਂ ਤਾਂ ਲੈ ਕੇ ਗਿਆ ਸੀ ਉੱਥੇ, ਉਹਨਾਂ ਲਾ ਲਏ। ਮਹਾਰਾਜ ਕਹਿੰਦੇ ਖੁਸ਼ ਰਹੋ, ਮੈਂ ਆ ਗਿਆ, ਮੈਂ ਹੁਣ ਕੀ ਕਹਿੰਦਾ ਮਹਾਰਾਜ ਨੂੰ ਪੈਸੇ ਦਿਓ। ਕਹਿਣ ਲੱਗੀ ਅਸੀਂ ਹੁਣ ਸੌਦਾ ਪੱਤਾ ਕਿੱਥੋਂ ਲਿਆਵਾਂਗੇ, ਤੁਸੀਂ ਪੈਸੇ ਤਾਂ ਲਿਆਉਂਦੇ, ਮੰਗ ਕੇ ਲੈ ਲੈਂਦੇ। ਉਹ ਸਿੱਖ ਵਿਚਾਰਾ ਉਹਨੀ ਪੈਰੀ ਫੇਰ ਮੁੜਿਆ। ਭਾਈ ਬੱਲੂ ਨੂੰ ਜਾ ਕੇ ਸਾਰੀ ਗੱਲ ਦੱਸੀ। ਭਾਈ ਬੱਲੂ ਮਹਾਰਾਜ ਕੋਲ ਲੈ ਗਏ। ਮਹਾਰਾਜ ਇਹਨਾਂ ਨੇ 10 ਬੋਰੀਆਂ ਚੌਲਾਂ ਦੀਆਂ ਇਹ ਚੱਲੇ ਸੀ ਕਿਤੇ ਵੇਚਣ, ਤੋ ਸੰਗਤ ਨੂੰ ਲੋੜ ਸੀ, ਲਾ ਲਈਆਂ। ਮਹਾਰਾਜ ਇਹਨਾਂ ਨੂੰ ਮਾਇਆ ਥੋੜੀ ਜਿਹੀ ਲੋੜ ਹੈ। ਅੱਛਾ ਭਾਈ ਕਿੰਨੀ ਮਾਇਆ? ਮਹਾਰਾਜ ਇੰਨੀ ਕਮਾਇਆ ਚਾਹੀਦੀ। ਅੱਛਾ ਭਾਈ ਦੇ ਦਿਓ ਖਜ਼ਾਨੇ 'ਚੋਂ। ਹੁਣ ਖਜ਼ਾਨੇ ਵਿੱਚੋਂ ਉਹਨੂੰ ਮਾਇਆ ਦੇ ਦਿੱਤੀ। ਉਹ ਘਰ ਪਹੁੰਚਿਆ ਤਾਂ ਘਰ ਜਾਂਦਿਆਂ ਨੂੰ ਨਿਆਣੇ ਇੱਕ ਦੂਜੇ ਨਾਲ ਲੜਦੇ ਨੇ, ਔਰਤ ਟੁੱਟ ਪੈਂਦੀ ਆ। ਉਹ ਗੱਲ ਹੀ ਨਹੀਂ ਰਹੀ ਘਰ ਦੇ ਵਿੱਚ। ਫੇਰ ਸੋਚਦਾ ਕੀ ਗੱਲ ਹੋ ਗਈ ਇਹ।